18 सेरी मई नवाबनी ओए होए 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 18 सेरी नवाबनी मई जनाब साढ़े कोल मौजूद खलोती है जिस इंसान नूं शक के मैदाने आ जाए। ओए होए होए जिंदाबाद जिंदाबाद। बादशाह अच्छा शरू बादशाह दा बेटा अच्छा जी 3 मां दा है। माशाअल्लाह। गुलाब मई दा पुत्तर है बबलू बादशाह दा नाम है 3 महीनों दा जी। ते गुलाबो केड़ी जे भाव दसे जी ए गुलाब खलोती जी ए दूजे नंबर वाली ए दूजे नंबर वाले गुलाब जी। ठीक है एदा नाम गुलाब रखे जी ਇਹਦਾ सारियां ਨਾਮ- मज्जां दे नाम रखे ने जी बिल्कुल। जरा नाम तो दसो केड़ा केड़ा नाम रखे ए जे भोलो जी भोलो भोलो ए जे गुलाब गुलाब ए जे सरदारनी सरदारनी ए जे सेठनी सेठनी जी ए सेठनी जे ए जनाब बलोचन जे बलोचन ए जनाब आ गई जे फिर खरुंडो 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 ਇਹਦਾ ਨਾਮ ਖਰੁੰਡੋ ਕਿਉਂ ਰੱਖਿਆ? ਇਹਦਾ ਨਾਂ ਖਰੁੰਡੋ ਇਹ ਰੱਖਿਆ ਕਿ ਇਹ ਹਰਕਤਬਾਜ਼ੀ ਕਰਦੀ ਦੂਸਰੀਆਂ ਮਈਆਂ ਨਾਲ ਅੱਛਾ ਖਰੁੰਡੋ ਜੀ ਹਾਂ। ਕੀ ਬਾਤ ਹੈ ਕੀ ਬਾਤ ਹੈ ਵਾਹ ਤੇ ਵਾਹ। ਇਹ ਮੁੰਦਰਨੀ 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 ਜੀ। ਅਗਲੀ ਇਹ ਨਿੱਬੂ ਹੈ ਜੀ ਕਾਲਪੀ ਨਿੱਬੂ ਕਾਲਪੀ ਨਿੱਬੋ ਜੀ ਕਾਲਪੀ ਨਿੱਬੂ ਕੀ ਬਾਤ ਹੈ। ਤੇ ਜਿਹੜੀਆਂ ਇੱਧਰ ਨੇ ਉਹਨਾਂ ਦਾ ਵੀ ਨਾਮ ਰੱਖਿਆ? ਸਰ ਉਹਨਾਂ ਦਾ ਵੀ ਨਾਂ ਹੈ। ਆਓ ਦੱਸੋ ਕਮਾਲ ਕਰ ਛੜਿਆ ਤੁਹਾਡਾ ਯੂਸਫ ਭਾਈ ਕਮਾਲ ਜੀ ਕਰ ਠੀਕ ਹੈ। ਇਹ ਨਵਾਬਣੀ ਜੇ ਇਹ ਵੀ ਨਵਾਬਣੀ ਹੈ ਇਹ ਨਵਾਬਣੀ ਜੀ 18 ਸੇਰੀ ਨਾਮਵਰ 18 ਸੇਰੀ ਮਈ ਨਵਾਬਣੀ ਓਏ ਹੋਏ 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 18 ਸੇਰੀ ਨਵਾਬਣੀ ਮਈ ਜਨਾਬ ਸਾਡੇ ਕੋਲ ਮੌਜੂਦ ਖਲੋਤੀ ਹੈ ਜਿਸ ਇੰसान ਨੂੰ ਸ਼ੱਕ ਕੇ ਮੈਦਾਨੇ ਆ ਜਾਏ। ਓਏ ਹੋਏ ਹੋਏ ਜ਼ਿੰਦਾਬਾਦ ਜ਼ਿੰਦਾਬਾਦ ਜੀ ਉਹ ਜਿਹੜੀਆਂ ਨੇ ਸਰ ਇਹ ਆ ਗਈ ਇਧਰ ਮਲੰਗਣੀ ਇਧਰ ਮਲੰਗਣੀ ਇਹ ਮਲੰਗਣੀ ਤੇ ਉਹ ਪਰਲੀ ਜਨਾਬੇ ਵਾਲਾ ਆ ਗਈ ਹੈ ਫਿਰ ਚੂੜੋ ਚੂੜੋ ਉਹਨੂੰ ਚੂੜੋ ਕਿਉਂ ਆਂਦੇ? ਉਹਨੂੰ ਚੂੜੋ ਆ ਕਿਦਾ ਸਿੰਘ ਬਹੁਤ ਵੱਡੇ ਨੇ ਅੱਛਾ ਤਾਂ ਚੂੜੋ ਨਾਮ ਪਾਇਆ। ਹਾਂ ਉਹਦਾ ਨਾਂ ਚੂੜੋ। ਤੇ ਇੱਧਰ ਇਹ ਆ ਗਈ ਜੀ ਲੰਡੇ ਫਿਰ ਦੱਸਿਓ ਇਹ ਲੰਡੀ ਹੈ ਲੰਡੀ ਇਹ ਹੈ ਹੀ ਲੰਡੀ ਅੱਛਾ ਹਾਂ ਇਹ ਨਾਂ ਹੀ ਲੰਡੀ ਤੋਂ ਮਸ਼ਹੂਰ ਕਰਦੇ ਪੂਛਲ ਵਾਲੀ ਹੈ ਨਹੀਂ? ਹਾਂਜੀ ਬਿਲਕੁਲ ਠੀਕ ਹੈ ਇਹ ਜਿਹੜੀ ਹੈ ਇਹ ਜ਼ਰਨਾਬ ਹੈ ਜ਼ਰਨਾਬ ਜੀ। ਇਹ ਫਕੀਰਨੀ ਹੈ ਝੂਲੇ ਚੜੀ ਰਹਿੰਦੀ ਫਕੀਰਨੀ। ਫਕੀਰਨੀ ਕੀ ਬਾਤ। ਉਹ ਅਗਲੀ ਜਨਾਬ ਇਹ ਫਿਰ ਲੰਡੋ ਆ ਗਈ ਇਹ ਵੱਡੀ ਲੰਡੋ ਆ ਗਈ। ਲੰਡੀ ਖਾਂਗੜੀ ਲੰਡੋ ਖਾਂਗੜੀ ਲੰਡੋ ਖਾਂਗੜੀ ਲੰਡੋ ਕਿਉਂਕਿ ਖਾਂਗੜੀ ਇਹ ਪੁਰਾਣੀ ਸੂਈ ਦੀ ਹੈ। ਤੁਸੀਂ ਤੇ ਪੂਰੇ ਲਾਡ ਲਡਾਉਂਦੇ ਪਏ ਜਾਨਵਰਾਂ ਦੇ ਮਾਸ਼ਾਅੱਲਾ। ਬਿਲਕੁਲ ਜੀ ਬਿਲਕੁਲ ਜ਼ਿੰਦਾਬਾਦ ਜੀ ਜ਼ਿੰਦਾਬਾਦ। ਜੀ ਅੱਗੂ ਹੈ ਸਾਡੇ ਕੋਲ ਗਾਈਆਂ ਜਨਾਬ ਠੀਕ ਹੈ ਕਰਾਸ ਸਾਈਵਾਲ ਕੀ ਬਾਤ ਹੈ ਜੀ ਯੂਸਫ ਭਾਈ ਆਓ ਜ਼ਰਾ ਜੀ। ਤੇ ਇਹ ਸਾਰਾ ਜੋ ਤੁਹਾਡਾ ਮਾਸ਼ਾਅੱਲਾ ਜਿਹੜਾ ਵੇ ਤੁਸੀਂ ਦੱਸਿਆ ਕਿ 18 ਤੋਂ 20 ਤੁਹਾਡਾ ਦੁੱਧ ਹੁੰਦਾ ਪਿਆ ਡੇਲੀ ਬੇਸ ਤੇ ਇੱਕ ਮੱਝ ਦਾ ਜੀ ਬਿਲਕੁਲ। ਤੇ ਟੋਟਲ ਕਿੰਨਾ ਹੋ ਜਾਂਦਾ ਜਨਾਬੇ ਵਾਲਾ? ਦੁੱਧ ਤਕਰੀਬਨ ਸਾਡਾ ਜੀ 95 ਕਿਲੋ ਹੋ ਜਾਂਦਾ ਟਾਈਮ ਦਾ ਇੱਕ ਟਾਈਮ ਦਾ। ਇੱਕ ਟਾਈਮ ਤੇ ਦੋ ਟਾਈਮਾਂ ਦਾ ਕਿੰਨਾ ਹੋ ਗਿਆ? 2 ਟਾਈਮਾਂ ਦਾ ਤਕਰੀਬਨ ਪੌਣੇ 200 ਲੀਟਰ ਹੋ ਜਾਂਦਾ। ਪੌਣੇ 200 ਲੀਟਰ ਹਾਂਜੀ। ਤੇ ਯੂਸਫ ਭਾਈ ਇਹ ਦੱਸੋ ਜੀ ਜਿਹੜੇ ਲੋਕ ਅੱਜ ਦੇ ਜ਼ਮਾਨੇ ਵਿੱਚ ਮਹਿੰਗਾਈ ਦੇ ਜ਼ਮਾਨੇ ਵਿੱਚ ਵੀ ਆਂਦੇ ਨੇ ਯਾਰ ਅਸੀਂ ਡੁੱਬ ਗਏ ਜੀ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਉਹਨਾਂ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਉਹ ਹੇਰਾ ਫੇਰੀ ਜ਼ਰਾ ਛੱਡ ਦੇਣ ਆਪਣਾ ਈਮਾਨ ਕਾਇਮ ਕਰਨ ਨਮਾਜ਼ ਪੜ੍ਹਨ ਰੱਬ ਅੱਗੇ ਸਜਦਾ ਕਰਨ। ਇਹ ਕਾਲੇ ਚਾਮਨੇ ਨਾਲ ਚੱਲਾ ਪਾਕ ਨੇ ਆਪਣਾ ਨੂਰ ਉਤਾਰਿਆ ਦਾ ਇਹਨਾਂ ਨੂੰ ਜਿੰਨਾ ਪਾਈਏ ਡਬਲ ਕਮਾਈਏ ਜੇ ਨੀਅਤ ਸਾਫ਼ ਹੋਏ ਤਾਂ। ਕੀ ਬਾਤ ਹੈ ਕੀ ਤੇ ਜਦੋਂ ਨੀਅਤ 'ਚ ਮਲਾਲ ਆ ਜਾਣਾ ਨਾ ਤੇ ਉਦੋਂ ਅੱਲਾਹ ਪਾਕ ਨੇ ਉਹ ਬੇੜਾ ਡੁਬਾ ਛੱਡਣਾ। ਜੇ ਇਸ ਇਨਸਾਨ ਦੀ 2 ਬੇੜੀਆਂ ਤੇ ਲਾਤੇ ਉਹ ਇਨਸਾਨ ਕਾਮਯਾਬ ਕਦੀ ਨਹੀਂ ਹੋਇਆ। ਕੀ ਬਾਤ ਹੈ। ਉਹ ਹਮੇਸ਼ਾ ਡੁੱਬਦਾ ਤੱਕਿਆ ਸਰ ਤਰਦਾ ਨਹੀਂ ਤੱਕਿਆ। ਸਰ 3.5 ਲੱਖ ਰੁਪਇਆ ਲਾ ਕੇ ਮਹੀਂ ਲੈ ਆਣੀ ਹੈ। ਮਹੀਂ ਲਿਆ ਕੇ ਮਹੀਂ ਕੋਲ ਦੁੱਧ ਦੇ 10 ਕਿਲੋ 5 ਕਿਲੋ ਪਾਣੀ ਪਾਣਾ ਤੇ ਜਿੰਨਾ ਲੋਕਾਂ ਨੇ ਸਵੇਰ ਤੋਂ ਰੱਖ ਕੇ ਸ਼ਾਮ ਤੱਕ ਮਿਸਤਰੀਆਂ ਮਗਰ ਟੋਕਰੀ ਚੁੱਕ ਕੇ ਦਾਬੜੇ ਚੁੱਕ ਕੇ 1000 ਰੁਪਇਆ ਕਮਾਣਾ ਸ਼ਾਮ ਨੂੰ ਉਹਨਾਂ ਕਿਲੋ ਲੈਣਾ 120 ਰੁਪਏ ਤੇ ਲੱਭਣਾ ਪਾਣੀ ਵਾਲਾ ਉਹਨਾਂ ਨਾਲ ਬੇਈਮਾਨੀ ਅੱਗੋਂ ਉਹਨਾਂ ਦੇ ਬੱਚਿਆਂ ਨਾਲ ਬੇਈਮਾਨੀ ਤੇ ਕੀ ਖਿਆਲ ਖੁਦਾ ਦੇਣ ਵਾਲੇ ਦੇ ਬੱਚਿਆਂ ਨਾਲ ਕਰਦਾ। ਸਾਡਾ ਇਹ ਇਮਾਨ ਹੈ ਕਿ ਜਿਹੜੇ ਲੋਕ ਪਾਣੀ ਪਾ ਕੇ ਦੁੱਧ ਵੇਚਦੇ ਨੇ ਜਾਂ ਮਾਲ ਨੂੰ ਭੁੱਖਿਆਂ ਤਸਿਆਂ ਰੱਖਦੇ ਨੇ ਜਾਂ ਮਾਲ ਨਾਲ ਜ਼ੁਲਮ ਜ਼ਿਆਦਤੀ ਕਰਦੇ ਨੇ ਉਹ ਲੋਕ ਤਰਦੇ ਨੇ ਜਾਂ ਜਿਹੜੇ ਮਾਲ ਦਾ ਸੌਦਾ ਕਰਨ ਲੱਗਿਆ ਝੂਠ ਬਕੌਲ ਕਸਮ ਕੁਰਾਨ ਚੁੱਕਦੇ ਨੇ ਜਾਂ ਮਸਲਨ ਨਿਆਂ ਚੁੱਕਦੇ ਨੇ ਜਾਂ ਝੂਠ ਨਾਲ ਜਾਂ ਫਰੇਬ ਨਾਲ ਡੰਗਰ ਦਿੰਦੇ ਲੈਂਦੇ ਨੇ ਉਹ ਡੰਗਰ ਇਨਸਾਨ ਕਦੀ ਨਹੀਂ ਕਾਮਯਾਬ ਹੋਏਗਾ। ਕੀ ਬਾਤ ਹੈ ਭਾਈ ਯੂਸਫ ਤੁਹਾਡੇ ਵੱਟ ਕੱਟ ਸਰ ਚੀਜ਼ ਮੈਂ ਲੈਣੀ ਹੈ ਮੈਂ ਤੁਹਾਡੇ ਕੋਲ ਆ ਗਿਆ ਤੁਸੀਂ ਲਈਏ 1.25 ਲੱਖ ਦੀ ਤੁਸੀਂ ਮੈਨੂੰ ਸਾਫ਼ ਕਹੋ ਕਿ ਮੈਂ ਲਈਏ 1.25 ਲੱਖ ਦੀ ਦੇਣੀ ਹੈ ਤੈਨੂੰ 1.5 ਲੱਖ ਦੀ ਦਿਲ ਹੈ ਤੇ ਲੈ ਨਹੀਂ ਹੈ ਤੇ ਨਾ ਲੈ। ਮੇਰਾ ਦਿਲ ਕਰੇ ਮੈਂ ਲਵਾਂ ਮੈਂ ਜੋ ਲੈਣ ਆ ਗਿਆ ਮੇਰਾ ਦਿਲ ਕਰੇਗਾ ਮੈਂ ਲੈ ਲਾਂਗਾ ਨਾ ਦਿਲ ਕਰੇਗਾ ਮੈਂ ਟੁੱਟ ਜਾਵਾਂਗਾ। ਤੈਨੂੰ ਗਾਹਕ ਬਥੇਰੇ ਮੈਨੂੰ ਚੀਜ਼ਾਂ ਬਥੇਰੀ ਹਾਏ 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 ਝੂਠ ਮਾਰਨ ਦਾ ਜਾਂ ਬੇਕੌਲੀ ਕਰਨ ਦਾ ਜਾਂ ਆਪਣਾ ਇਮਾਨ ਚੁੱਕਣ ਦਾ ਜਾਂ ਇਮਾਨ ਅਗਲੇ ਦਾ ਖੜਾਉਣ ਦਾ ਜਾਂ ਅਗਲੇ ਨੂੰ ਮੁਤਮਿਨ ਕਰਕੇ ਤੇ ਆਪਣਾ ਇਮਾਨ ਜਿਹੜਾ ਖੁਦਾ ਦੇ ਅੱਗੇ ਨੰਗਿਆਂ ਕਰਕੇ ਜਾਂ ਆਪਣਾ ਆਪ ਜ਼ਾਹਰ ਕਰਨ ਦਾ ਮਕਸਦ ਨਹੀਂ। ਯਾਨੀ ਅੱਲਾਹ ਤੇ ਯਕੀਨ ਰੱਖਣਾ ਚਾਹੀਦਾ ਪੂਰਾ ਰੱਬ ਤੇ ਭਰੋਸਾ ਰੱਖਣਾ ਚਾਹੀਦਾ।
ਕੀ ਬਾਤ ਹੈ ਤੇ ਜਿਹੜਾ ਇਨਸਾਨ ਰੱਬ ਤੇ ਭਰੋਸਾ ਰੱਖਦਾ ਨਾ ਤੇ ਫਜਰੇ ਉੱਠ ਕੇ ਸਜਦਾ ਕਰਦਾ ਰੱਬ ਨੂੰ, ਉਸ ਇਨਸਾਨ ਨੂੰ ਕਦੀ ਮਾਰ ਨਹੀਂ ਪਾਉਂਦੀ ਜੀ, ਅਗਰ ਉਹਦਾ ਦਿਲ ਸਾਫ਼ ਹੈ ਜਾਂ ਉਹ ਇਨਸਾਫ ਚੱਲਣ ਡਿਆ ਜਾਂ ਉਹ ਤੋਲ 'ਚ ਬੇਈਮਾਨੀ ਨਹੀਂ ਕਰਦਾ ਜਾਂ ਇਹ ਨੂਰੇ ਰੱਬ ਨੇ ਨੂਰ ਦਿੱਤਾ ਸਾਡੇ ਵਾਸਤੇ, ਸਾਡੇ ਕੋਲ ਇਹ ਵੱਡੀ ਨਿਹਮਤ ਹੈ ਰੱਬ ਦੀ ਦਿੱਤੀ ਹੋਈ, ਇਹਦੇ ਵਿੱਚ 2 ਨੰਬਰ ਹੀ ਨਹੀਂ ਕਰਦਾ ਅੱਲਾ, ਉਹਦੇ ਨਾਲ 2 ਨੰਬਰ ਹੀ ਨਹੀਂ ਕਰੇਗਾ। ਤੇ ਜਿਹੜਾ ਰੱਬ ਨੂੰ ਆਖੇ ਨਾ ਵੀ ਮੈਂ ਪਤਲਿਆਂ ਘਰ ਦੇਵਾਂ, ਉਹ ਬੰਦੇ ਦੀ ਕਦੇ ਪੂਰੀ ਨਹੀਂ ਪੈਗੀ। ਜ਼ਿੰਦਾਬਾਦ ਜ਼ਿੰਦਾਬਾਦ। ਅੱਜ ਕੱਲ ਦੇ ਦੌਰ ਵਿੱਚ, ਮਹਿੰਗਾਈ ਦੇ ਦੌਰ ਵਿੱਚ ਅਗਰ ਬੰਦਾ ਇਹ ਕੰਮ ਕਰਨਾ ਚਾਹੇ ਕੀ ਮਸ਼ਵਰਾ ਦੇਵੋਗੇ? ਅਸੀਂ ਜੀ ਇਹ ਮਸ਼ਵਰਾ ਦੇਵਾਂਗੇ ਕਿ ਡੰਗਰ ਜਿਹੜਾ ਹੈ ਉਹ ਵਪਾਰੀ ਕੋਲੋਂ ਨਾ ਲਿਆ ਜਾਏ। ਸਹੀ ਹੈ। ਜੂਆਂ ਨੇ 3 ਨੂਰਸ਼ਾ, ਸਾਈਵਾਲ, ਔਕਾੜਾ, ਜਿੱਥੋਂ ਦੇ ਡੰਗਰ ਨੀਲੀ ਰਾਵੀ ਦੇ ਮਸ਼ਹੂਰ ਨੇ, ਲੁੱਡਨ, ਠੀਕ ਹੈ ਸਰ। ਉੱਥੇ ਤਲਕਾਤ ਇਨਸਾਨ ਨੂੰ ਆਪਣਾ ਨਿਕਾਲ ਲੈਣਾ ਚਾਹੀਦਾ, ਬਣਾ ਲੈਣਾ ਚਾਹੀਦਾ, ਜਾਂ ਉੱਥੋਂ ਦਾ ਕੋਈ ਭਾਈਵਾਲ ਨਾਲ ਲੈ ਲੈਣਾ ਚਾਹੀਦਾ, ਜਾਂ ਖੁਦ ਅੱਲਾਹ ਪਾਕ ਨੇ ਇਤਨਾ ਗਜ਼ਨ ਦਿੱਤਾ ਇਸ ਦੌਰ ਦੇ ਵਿੱਚ ਪਾਗਲ ਕੋਈ ਵੀ ਕੋਈ ਨਹੀਂ ਸਰ। ਕੈਸ਼ ਕੋਲ ਹੋਏ, ਕੈਸ਼ ਨਾਲ ਮਾਲ ਲਿਆ ਦਿੱਤਾ ਜਾਏ, ਜਾ ਕੇ ਡੇਰੇ ਦੇ ਉੱਤੇ ਕਿਸੇ ਦੇ ਕੋਲ ਜ਼ਿਮੀਦਾਰ ਜਾਂ ਪਿੰਡ ਦੇ ਚੇਅਰਮੈਨ ਕੋਲ ਜਾਂ ਨੰਬਰਦਾਰ ਕੋਲ ਜਾ ਕੇ ਬੈਠ ਕੇ ਉੱਥੇ ਦੱਸ ਕੇ ਵੀ ਮੈਂ 8-10 ਦਿਨ ਡੰਗਰ ਖਰੀਦਣੇ ਨੇ, ਨੰਬਰਦਾਰਾ ਮੈਂ ਤੇਰੇ ਕੋਲ ਰਹਿਣਾ ਪੈਣਾ। ਉਸ ਜੂਹ ਦੇ ਵਿੱਚ ਜਾ ਕੇ ਉੱਥੋਂ ਘਰਾਂ ਦੇ ਵਿੱਚੋਂ ਚੱਕ ਕੇ ਆਪਣੀ ਮਰਜ਼ੀ ਨਾਲ ਚੁਆਈਆਂ ਕਰਕੇ ਕੈਸ਼ ਰਕਮ ਦੇ ਕੇ ਡੰਗਰ ਲਿਆ ਦਿੱਤਾ ਜਾਏ। ਆਂਦੇ ਨੇ ਉੱਥੇ ਦਾ ਬੜਾ ਲੱਗਦਾ, ਉੱਥੇ ਦਾ ਨਹੀਂ ਲੱਗਦਾ। ਜਦੋਂ ਵੀ ਇਨਸਾਨ ਉੱਥੇ ਦਾ ਬੜਾ ਲੱਗਦਾ, ਵਪਾਰੀ ਜਿਹੜੇ ਕਹਿੰਦੇ ਨੇ ਜੋ ਇੰਨੀ ਗੱਲ ਨਾ ਕਰਨ ਤੇ ਆਪਣਾ ਮਾਲ ਉੱਥੋਂ ਲਿਆ ਕੇ ਕਿਸ ਤਰ੍ਹਾਂ, ਹਾਏ ਹਾਏ ਹਾਏ, ਉਹ ਆਂਦੇ ਨੇ ਜਨਾਬ ਉੱਥੇ ਤੇ ਡੰਗਰ ਨੂੰ ਹੱਥ ਨਹੀਂ ਲਾ ਸਕਦੇ ਸਰ। ਇਹ ਸਭ ਬਕੌਲੀਆਂ ਨੇ। ਮੈਂ ਖੁਦ ਵਪਾਰੀ ਹਾਂ, ਮੈਂ ਇਹ ਗੱਲ ਕਹਿਣ ਡਿਆ ਤੇ ਗੱਲ ਛੋਲਟੀ ਨਾਲ ਕਹਿਣਾ, ਜਿਹੜਾ ਬੰਦਾ ਯਕੀਨ ਨਹੀਂ ਕਰਦਾ ਉਹਦਾ ਯਕੀਨ ਬਣਾਉਣਾ। ਕੀ ਬਾਤ ਹੈ। ਜਿੰਨਾ ਗੁੜ ਉਹਨਾਂ ਮਿੱਠਾ, ਜੇ ਮੱਝ 1.25 ਲੱਖ ਵਾਲੀ ਲੈਣੀ ਹੈ ਤੇ ਉਹ ਵੀ ਉੱਥੋਂ ਸਜਰੀ ਲੱਭਦੀ ਹੈ। ਦੁੱਧ ਕਿੰਨਾ ਹੋਵੇਗਾ? 6 ਕਿਲੋ। ਤੇ ਜੇ ਮਹੀਂ ਲੈਣੀ ਹੈ 2.5 ਲੱਖ ਵਾਲੀ ਤੇ ਉਹ ਵੀ ਉੱਥੋਂ ਲੱਭਦੀ ਹੈ। ਦੁੱਧ ਕਿੰਨਾ ਹੋਵੇਗਾ? 12 ਕਿਲੋ। ਜੇ ਮਹੀਂ ਲੈਣੀ ਹੈ 3.5 ਲੱਖ ਵਾਲੀ ਤੇ ਉਹ ਵੀ ਲੱਭਦੀ ਹੈ। ਘਰਾਂ ਦੇ ਵਿੱਚੋਂ ਫਿਰ ਕੇ ਲੈ ਜਾਂਦੇ ਨੇ ਡੰਗਰ, ਲੇਕਿਨ ਜਿੰਨਾ ਗੁੜ ਮਿੱਠਾ ਉਹਨਾਂ ਜਿੰਨੇ ਦੁੱਧ ਵਾਲੀ ਲੈਣੀ ਹੈ ਉਨੇ ਹੀ ਰਕਮ ਵੀ ਭਰਨੀ ਹੈ ਜੀ। ਜ਼ਬਰਦਸਤ। ਹਾਂਜੀ। ਤੇ ਉਂਝ ਅਗਰ ਨਾ ਵਾਕਫੀਅਤ ਹੋਏ ਤਾਂ ਬੰਦਾ ਫਿਰ ਸਿਆਣਾ ਕੋ ਨਾਲ ਲਾਈਏ ਜੀ, ਸਿਆਣਾ ਕੋਈ ਨਾਲ ਲੈ ਲਵੇ। ਠੀਕ ਹੋ ਗਿਆ। ਅੱਛਾ, ਹੁਣ ਇਹ ਦੱਸੋ ਕਿ ਅੱਜ ਕੱਲ ਦੇ ਮਹਿੰਗਾਈ ਦੇ ਦੌਰ ਵਿੱਚ ਜੀ ਲੋਕ ਆਂਦੇ ਨੇ ਜਨਾਬ ਇਹ ਕੰਮ ਬੜਾ ਮਹਿੰਗਾ ਹੋ ਗਿਆ, ਕੀ ਵਾਕਈ ਇਹਦੇ ਵਿੱਚ ਕੋਈ ਬੱਚਤ ਹੈ ਕਿ ਨਹੀਂ? ਸਰ ਬੱਚਤ ਇਹਦੇ ਚ ਹੈ। ਬੱਚਤ ਉਸ ਬੰਦੇ ਨੂੰ ਹੈ ਜਿੰਦੇ ਕੋਲ ਕੋਈ 4 ਕਿੱਲੇ ਪੈਲੀ ਪੱਠਿਆਂ ਵਾਸਤੇ ਆਪਣੀ, ਮੁੱਲ ਤੇ ਨਹੀਂ ਕੰਮ ਕਰ ਸਕਦੇ। ਮੁੱਲ ਤੇ ਕੋਈ ਬੰਦਾ ਵੀ ਲਿਆਰਾ ਦੁੱਧ ਦਾ ਕੰਮ ਨਹੀਂ ਕਰ ਸਕਦਾ। ਹਕੀਕਤ ਬਾਤ ਹੈ ਕਿ ਮਹਿੰਗਾਈ ਹੈ। ਜਿਹਦੇ ਕੋਲ ਆਪਣੀ ਜਗ੍ਹਾ ਹੈ ਵੇ, ਜਿੰਦੇ ਕੋਲ ਪੱਠੇ ਦੱਥੇ ਵਾਸਤੇ ਆਪਣੀ ਜਗ੍ਹਾ ਹੈ, ਉਸ ਬੰਦੇ ਨੂੰ ਕੋਈ ਉਹ ਕਿਹੜੇ ਜਾਨਵਰ ਲਾਏ ਤੇ ਕਿੰਨੇ ਲਾਏ? ਉਹ ਜਾਨਵਰ ਸਭ ਤੋਂ ਪਹਿਲੀ ਗੱਲ ਤਾਂ ਹੈ ਕਿ ਉਹ ਫੇਸ ਟੂ ਫੇਸ ਕੰਮ ਹੀ ਰੱਖੇ ਵੱਛੇ ਦਾ ਜਾਂ ਕੱਟੇ ਦਾ, ਲਿਆਰੇ ਨੂੰ ਨਹੀਂ। ਅਗਰ ਉਹ ਕੰਮ ਹੀ ਦੁੱਧ ਦਾ ਕਰਨਾ ਚਾਹੁੰਦਾ, ਉਹ ਦੁੱਧ ਦਾ ਕਰਨਾ ਚਾਹੁੰਦਾ ਤੇ ਉਹ ਫਿਰ ਦੂਜਣਾ ਝੋਟੀਆਂ ਫਿਰ ਕੇ ਲਿਆਵੇ ਉਸ ਜੂਹ ਚੋਂ। ਪਹਿਲਣਾ ਕਿਉਂ ਨਹੀਂ? ਪਹਿਲਣਾ ਦੁੱਧ ਨਹੀਂ ਦਿੰਦੀਆਂ। ਅੱਛਾ, ਤੇ ਜੇ ਚੰਗੀ ਨਸਲ ਹੋਏ ਤਾਂ ਪਹਿਲਣ ਵੀ ਆਂਦੇ ਨੇ ਸਹੀ ਹੈ ਜੀ। ਨਸਲ ਚੁਣ ਕੇ ਲਈ ਜਾਵੇ ਫਿਰ ਨੀਲੀ ਤੋਂ ਉਹਦੀ ਰਕਮ ਆਮ ਬੰਦਾ ਨਹੀਂ ਭਰ ਸਕਦਾ। ਦੁੱਧ ਲੱਭ ਜਾਂਦਾ ਪਹਿਲੀਆਂ ਚੋਂ। ਅੱਛਾ। ਪਹਿਲਣਾ ਚੋਂ ਵੀ ਦੁੱਧ ਲੱਭਦਾ, ਫਿਰ ਉਹਦੀ ਰਕਮ ਨਹੀਂ ਕੋਈ ਵੀ ਭਰ ਸਕਦਾ। ਠੀਕ ਹੋ ਉਹ ਗਿਆ। ਸਵੱਬੀ ਕੰਮ ਹੁੰਦੇ ਨੇ, ਕੋਈ ਸਵਾਬ ਇੱਕ ਬੰਦਾ ਬਾਹਰ ਨਹੀਂ ਜਾਣਾ ਚਾਹੁੰਦਾ, ਪਾਕਿਸਤਾਨ ਚ ਰਹਿ ਕੇ ਆਪਣੇ ਘਰ ਰਹਿ ਕੇ ਕੋਈ 50,000 ਤੋਂ ਲੱਗ ਕੇ 1 ਲੱਖ ਤੱਕ ਕਮਾਉਣਾ ਚਾਹੁੰਦਾ, ਕਿੰਨੇ ਕੁ ਜਾਨਵਰਾਂ ਨੂੰ ਇਹਦੇ ਹਟਦੇ ਨੇ? ਸਰ ਉਹ ਬੰਦਾ ਲਿਆਰੇ ਦੁੱਧ ਚੋਂ ਕਮਾਉਣਾ ਚਾਹਵੇ ਤੇ 6 ਗਾਈਆਂ 8-10 ਮਈਆਂ। ਗਾਈਆਂ ਕਿਉਂ? ਗਾਈਆਂ ਮਾਲਕ ਦਾ ਸਿਰ ਪੂਰਾ ਕਰਦੀਆਂ ਨੇ ਤੇ ਮਈਆਂ ਖਰਚੇ ਆਪਣੇ ਸਾਰੇ ਮਾਲ ਦਾ ਪੂਰਾ ਕਰਦੀਆਂ। ਤੇ ਲੋਕ ਤੇ ਗਾਈਆਂ ਦੁੱਧ ਪੀਂਦੇ ਨਹੀਂ। ਲੋਕ ਕਿਉਂ ਨਹੀਂ ਪੀਂਦੇ? ਲੋਕ ਹੁਣ ਤਰਲੇ ਲੈਂਦੇ ਨੇ ਗਾਈਆਂ ਦੇ ਦੁੱਧ ਨੂੰ। ਮੱਝ ਦੇ ਦੁੱਧ ਨੂੰ ਪੁੱਛਦਾ ਕੋਈ ਨਹੀਂ, ਕਿਉਂਕਿ ਮਈਆਂ ਦੁੱਧ ਹੋ ਗਿਆ ਤੁਹਾਡੇ ਜ਼ਿਲ੍ਹੇ ਸਿਆਲਕੋਟ ਦੇ ਵਿੱਚ ਸਰ 130-40 ਰੁਪਏ। ਆਮ ਮਜ਼ਦੂਰ ਹੱਥ ਨਹੀਂ ਪਾ ਸਕਦਾ ਤੇ ਗਾਈ ਦਾ ਦੁੱਧ 100, 90, 95, 110, 110 ਇੱਥੇ ਮਿਲ ਜਾਂਦਾ। ਠੀਕ ਹੋ ਗਿਆ ਜੀ। ਯਾਨੀ ਕਿ ਇਹ ਮਿਕਸ ਰੱਖ ਲਿਆ ਜਾਏ ਤੇ ਫਿਰ ਕਮਾਈ ਹੈ ਵੇ ਜੀ, ਕਮਾਈ ਹੈ। ਠੀਕ ਹੋ ਗਿਆ। ਹੁਣ ਜਦੋਂ ਨਵੇਂ ਬੰਦੇ ਕੰਮ ਸ਼ੁਰੂ ਕਰ ਲੈਂਦੇ ਨੇ, ਨਵਾਂ ਮਾਲ ਪਾ ਲੈਂਦੇ ਨੇ ਤੇ ਸਜਰਾ ਹੁੰਦਾ ਸਾਰਾ ਮਾਲ ਤੇ ਵਾਰੇ ਨਿਆਰੇ ਹੁੰਦੇ ਨੇ, ਤੇ ਭਾਈ ਯੂਸਫ ਜਦੋਂ ਉਹੀ ਮੱਝਾਂ ਜਿਹੜੀਆਂ ਬੜੀਆਂ ਜਨਾਬ ਵਾਰੇ ਨਿਆਰੇ ਘਰਾ ਹਟਦੀਆਂ ਨੇ, ਦੁੱਧ ਕੰਮ ਹੋ ਜਾਂਦਾ ਜਦੋਂ ਜਾਂਦੀਆਂ ਨੇ ਸੁੱਕ ਤੇ ਫਿਰ ਇਹ ਸਿਰ ਤੇ ਰੱਖ ਕੇ ਮਾਮਾ ਰੋਂਦੇ ਨੇ, ਕੀ ਕਹੋਗੇ? ਉਹ ਉਹਨਾਂ ਨੂੰ ਇਹ ਗੱਲ ਕਹੀ ਜਾਂਦੀ ਹੈ ਕਿ ਜਿੱਥੇ ਤੁਸੀਂ ਪਾਣੀ ਹੈ ਨਾ 20 ਉੱਥੇ ਪਾਓ 10 ਦੀ ਅਰੇਂਜਮੈਂਟ ਕੋਲ ਰੱਖੋ ਔਰ ਇੱਕ ਮਾਲੀ ਵਿੱਚ ਛੱਡਿਆ ਜਾਏ ਮਈਆਂ ਦੇ, ਜਿਸ ਤਰ੍ਹਾਂ ਮੈਂ ਛੱਡਿਆ ਦਾ। ਜ਼ਿੰਦਾਬਾਦ। ਇਸ ਤਰ੍ਹਾਂ ਮਾਲੀ ਛੱਡਿਆ ਜਾਏ, 10 ਪਾ ਲਵੋ, 10 ਦਾ ਕੰਮ ਸਟਾਰਟ ਕਰਕੇ ਚਲਾਓ।
ਜਿਸਲੇ ਆ ਖਾਂਗੜੀਆਂ ਹੁਣ ਜਿਹੜੀ 10 ਦੀ ਰਕਮ ਹੈ ਉਹ ਜਿਹੜਾ ਕੋਲ ਮੁਨਾਫਾ ਬਚਤ ਬਚਾਈ ਹੋਵੇ ਉਹ ਪਾ ਕੇ ਪਿਛਲੀਆਂ 10 ਲੈ ਆ। ਸੰਡਾ ਵਿੱਚ ਛੱਡਿਆ ਜਾਏ, ਰਾਤ ਨੂੰ ਵਲਗਣ ਵਲਿਆ ਹੋਵੇ, ਮਈਆਂ ਵਿੱਚ ਖੋਲੀਆਂ, ਸੰਡਾ ਵਿੱਚ ਖੋਲਿਆ, ਹਰ ਰੋਜ਼ ਇੱਕ ਅੱਧੀ ਨਵੀਂ ਹੁੰਦੀ ਹੈ। ਜਦੋਂ ਨਵੀਂ ਹੁੰਦੀ ਹੈ ਹਰ ਰੋਜ਼ ਇੱਕ ਅੱਧੀ, ਉਹ ਕਈ ਖਾਂਗੜੀਆਂ ਹੋ ਗਈਆਂ, ਕਈ ਸਜਰੀਆਂ ਵਿੱਚ ਰਲ ਗਈਆਂ, ਕਈ ਮਗਰੋਂ ਆਪਣੀਆਂ ਅਗਲੀਆਂ ਚ ਤਿਆਰ ਹੋ ਗਈਆਂ। ਇਸ ਤਰ੍ਹਾਂ ਉਹ ਕੰਮ ਵਾਰੇ ਨਿਆਰੇ ਚੱਲਦਾ ਰਹਿੰਦਾ ਹੈ। ਤੇ ਗਾਈਆਂ ਦਾ ਮਸ਼ਵਰਾ ਇਸ ਗੱਲੋਂ ਵਿੱਚ ਦਿੱਤਾ ਸੀ ਕਿ ਗਾਈਆਂ ਖਾਂਗੜੇ ਹੁੰਦਿਆਂ ਤੱਕ 5-7 ਕਿਲੋ ਤੋਂ ਥੱਲੇ ਨਹੀਂ ਆਉਂਦੀਆਂ। ਉਹ ਫਿਰ ਇਹ ਵੇ ਕਿ 6 ਮਹੀਨੇ ਸਾਲ ਪਹਿਲੇ ਆਉਂਦਿਆਂ ਮੁਨਾਫਾ ਦੇ ਲੈਂਦੀਆਂ ਨੇ। ਫਿਰ ਜਦੋਂ ਖਾਂਗੜੀਆਂ ਹੁੰਦੀਆਂ ਨੇ ਫਿਰ ਖਾਂਗੜੀਆਂ ਪੱਠਾ ਦੱਥਾ ਮਈਆਂ ਆਪਣਾ ਪੂਰਾ ਕੀਤੀ ਰੱਖਦੀਆਂ ਨੇ ਤੇ ਗਾਈਆਂ ਆਪਣੀ ਰੇਂਜ ਤੋਂ ਬਾਲਾਦਾਰ ਦੁੱਧ ਫਿਰ ਖਾਂਗੜੀਆਂ ਹੋ ਕੇ ਵੀ ਪਈਆਂ ਦਿੰਦੀਆਂ ਨੇ। ਉਹ ਫਿਰ ਮਾਲਕ ਨੂੰ ਬਹੁਤਾ ਨਹੀਂ ਤੇ ਗੁਜ਼ਾਰੇ ਜੋਗਾ ਚਲਾਈ ਰੱਖਦੀਆਂ ਨੇ, ਯਾਨੀ ਐਵਰੇਜ ਪੂਰੀ ਕਰ ਐਵਰੇਜ ਪੂਰੀ ਗਾਈਆਂ ਕੀਤੀ ਰੱਖਦੀਆਂ ਨੇ। ਇਹ ਮਸ਼ਵਰਾ ਭਾਈਜਾਨ ਨੂੰ ਦਿੱਤਾ ਮੈਂ ਆਪਣੇ ਭਾਈਆਂ ਨੂੰ, ਜ਼ਿਮੀਂਦਾਰਾਂ ਭਰਾਵਾਂ ਨੂੰ, ਮਾਲਦਾਰੀ ਵਾਲੇ ਭਰਾਵਾਂ ਨੂੰ ਕਿ ਇਸ ਤਰੀਕੇ ਸਟੈਪ ਬਾਈ ਸਟੈਪ ਕੰਮ ਚਲਾਓ ਤੇ ਕੰਮ ਚੱਲੇਗਾ। ਅਗਰ ਜੇ ਲੋਕ ਇਸ ਗੱਲ ਨੂੰ ਨਾ ਸਮਝ ਸਕਣ ਤੇ ਵਿੱਚ 10 ਦੇ ਵਿੱਚ 2-4 ਸੂਣ ਵਾਲੀਆਂ ਲੈ ਆਉਂਦੀਆਂ, ਕੋਈ 6-7 ਸੂਈਆਂ ਲੈ ਆਉਂਦੀਆਂ। ਜਦੋਂ ਖਾਂਗੜੀਆਂ ਹੋਣ ਉਦੋਂ ਜਿਹੜੀਆਂ ਵਿੱਚ ਤਿਆਰ ਨੇ ਉਹ ਮਗਰੋਂ ਸੂ ਪੈਂਦੀਆਂ ਨੇ, ਫਿਰ ਕੰਮ ਚੱਲਦਾ ਹੀ ਰਹਿੰਦਾ। ਠੀਕ ਹੋ ਗਿਆ, ਠੀਕ ਹੋ ਗਿਆ। ਅੱਛਾ ਭਾਈ ਯੂਸਫ, ਇਹ ਦੱਸੋ ਕਿ ਬਾਜ਼ੇ ਬੰਦੇ ਵਿੱਚ ਜਾਂਦੇ ਨੇ ਕਿ ਯਾਰ ਇਹ ਕੰਮ ਬੜਾ ਹੀ ਔਖਾ ਹੈ ਤੇ ਜਨਾਬ ਅਸੀਂ ਡੰਗਰਾਂ ਨਾਲ ਡੰਗਰ ਹੋ ਗਏ ਆ ਜਨਾਬ, ਗੰਦਮ ਗੰਦਾ, ਤੇ ਜਨਾਬ ਜਦੋਂ ਦੇ ਸ਼ੁਰੂ ਕੀਤਾ ਉਦੋਂ ਦਾ ਕੋਈ ਸਮਝ ਨਹੀਂ ਆਉਂਦੀ ਪਈ ਜੀ। ਦੱਸੋ ਹੁਣ ਕਿ ਇਹ ਕੰਮ ਔਖਾ, ਕਿੱਡਾ ਕੁ ਔਖਾ ਕੰਮ? ਕੋਈ ਔਖਾ ਨਹੀਂ, ਤੁਹਾਡੇ ਸਾਹਮਣੇ ਖਲੋਤਿਆਂ ਵੇਖ ਲਓ, ਹਾਲਤ ਵੀ ਠੀਕ ਹੈ, ਖਾਂਦੇ ਪੀਂਦੇ ਵੀ ਠੀਕ ਪਏ ਆ, ਵਿਹਲੇ ਵੀ ਫਿਰਨ ਡਏ ਆ ਤੇ ਮਾਲ ਵੀ ਸਾਂਭਿਆ ਦਾ ਤੁਹਾਡੇ ਸਾਹਮਣੇ ਹੀ ਹੈ। ਦਿਹਾੜੀ 'ਚ ਜ਼ਿਆਦਾ ਤੋਂ ਜ਼ਿਆਦਾ ਕਿੰਨੇ ਘੰਟੇ ਅਗਰ 20 ਜਾਨਵਰ ਨੇ ਤਾਂ? ਸਿਰਫ 4 ਘੰਟੇ, 2 ਸਵੇਰੇ ਤੇ 2 ਸ਼ਾਮ। 2 ਸਵੇਰੇ ਦਿਰਤਾ ਨਾਲ ਜਵਾਨ ਜਹਾਨ ਬੰਦਾ ਦੇ ਸਾਡੇ ਟਾਈਮ 10-15 ਡੰਗਰਾਂ ਨੂੰ। ਤੇ ਪੱਠੇ ਜਿਹੜੇ ਵਿੱਚ ਲਿਆਣੇ ਚਾਹੁੰਦਾ ਨਹੀਂ? ਪੱਠੇ ਸਿਰਫ 15 ਮਿੰਟ ਇਸ ਦੌਰ ਦੇ ਵਿੱਚ। ਇਸ ਦੌਰ ਦੇ ਵਿੱਚ ਕਿਹੜੀ ਜਦੀਦ ਚੀਜ਼ ਹੈ ਜਿਹੜੀ ਡੰਗਰਾਂ ਵਾਸਤੇ ਪੱਠੇ ਕੱਟਣ ਵਾਸਤੇ ਨਹੀਂ ਬਣੀ ਦੀ? ਮਸ਼ੀਨਾਂ ਚੱਲ ਗਈਆਂ ਦੀਆਂ ਨੇ, ਦਾਤਰ ਚੱਲ ਗਏ ਦੇ ਨੇ, ਦਾਤਰੀ ਇਹੋ ਜਿਹੀ ਆ ਗਈ ਹੈ ਕਿ 10 ਮਿੰਟਾਂ 10-12 ਡੰਗਰਾਂ ਦੇ ਪੱਠੇ ਵੱਢੇ ਜਾਂਦੇ ਨੇ। ਠੀਕ ਹੋ ਗਿਆ। ਅੱਛਾ, ਹੁਣ ਤੁਸੀਂ ਮਾਸ਼ਾਅੱਲਾ ਵਪਾਰ ਕਰਦੇ ਤੇ ਬਜ਼ੁਰਗ ਵੀ ਆਏ ਨੇ ਤੁਹਾਡੇ ਕੋਲ, ਬਜ਼ੁਰਗੋ ਉਧਰ ਅੱਗੇ ਆਇਓ। ਜੀ ਬਿਲਕੁਲ ਆਏ ਨੇ ਮੇਰੇ ਬਜ਼ੁਰਗ ਵੀ ਤੁਹਾਡੇ ਕੋਲ ਜਾਨਵਰ ਲੈਣ ਆਏ ਨੇ ਤੇ ਵਾਲੇਕੁਮ ਸਲਾਮ। ਬਜ਼ੁਰਗੋ ਪਹਿਲੇ ਵੀ ਜਾਨਵਰ ਖਰੀਦਦੇ ਨੇ ਭਾਈਰਾਂ ਕੋਲ? ਭਾਈ ਕੋਲੋਂ ਖਰੀਦੇ, ਮੈਂ ਅੱਗੇ ਵੀ ਖਰੀਦਦੇ ਰਹਿੰਦੇ ਆ। ਅੱਛਾ ਭਾਈ ਯੂਸਫ, ਅਗਰ ਕੋਈ ਤੁਹਾਡਾ ਨਾਲ ਰਾਬਤਾ ਕਰਨਾ ਚਾਹੇ ਆਪਣਾ ਨੰਬਰ ਬੋਲ ਦਿਓ ਜੀ। ਨੰਬਰ ਮੇਰਾ ਲੈ ਲਓ 0306 199 325। ਠੀਕ ਹੋ ਗਿਆ। ਤੇ ਜਗ੍ਹਾ ਕਿਹੜੀ ਜੇ? ਜਗ੍ਹਾ ਜੀ ਚਪਰਾੜ ਵਾਲਾ। ਚਪਰਾੜ ਆ ਕੇ ਕੋਈ ਤੁਹਾਡਾ ਪੁੱਛ ਵੀ ਸਕਦੇ ਨੇ ਯੂਸਫ ਨੂੰ? ਜੀ ਬਿਲਕੁਲ ਪੁੱਛ ਸਕਦੇ ਨੇ। ਠੀਕ ਹੋ ਗਿਆ ਜੀ, ਜਜ਼ਾਕ ਅੱਲਾਹ ਜੀ, ਅਸਲਾਮ ਅਲੈਕੁਮ ਜੀ। ਵਾਲੇਕੁਮ ਸਲਾਮ।